सत श्री अकाल। कैनेडा न्यूज़ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਸਰਕਾਰ ਕੋਲੇ ਹੋ ਸਕਦਾ ਹੈ 5 ਬਿਲੀਅਨ ਦਾ ਸਰਪਲਸ ਬਜਟ। ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ ਲੋਕਾਂ ਦੀ ਭਲਾਈ ਲਈ ਖਰਚੀ ਜਾਏਗੀ ਹੋਰ ਰਕਮ। ਬੱਚਿਆਂ ਦੇ ਵਿੱਚ RSV ਦੇ ਕੇਸ ਵਧਣ ਤੋਂ ਬਾਅਦ ਬਜ਼ੁਰਗ ਵੀ ਆ ਸਕਦੇ ਨੇ ਇਸ ਦੀ ਲਪੇਟ ਦੇ ਵਿੱਚ। ਲਗਾਤਾਰ ਫਲੂ ਦੇ ਮਾਮਲੇ ਆ ਰਹੇ ਨੇ ਸਾਹਮਣੇ। ब्रैम्पटन सिटी कौंसल ਵੱਲੋਂ ਦੀਵਾਲੀ ਅਤੇ ਬਾਕੀ ਤਿਉਹਾਰਾਂ ਦੇ ਮੌਕੇ ਉੱਪਰ ਪਟਾਕੇ ਚਲਾਉਣ ਤੇ ਲਗਾਈ ਗਈ ਪਾਬੰਦੀ ਸਰਬਸੰਮਤੀ ਦੇ ਨਾਲ ਮੋਸ਼ਨ ਹੋਇਆ ਪਾਸ। ਜਲਦੀ ਹੀ ਲੱਗੇਗੀ ਮੋਹਰ। ਹੁਣ ਜਾਣਦੇ ਖਬਰਾਂ ਵਿਸਥਾਰ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਦੀ ਵਿੱਤ ਮੰਤਰੀ ਸੈਲੀਨਾ ਰੋਬਿਨਸਨ ਨੇ ਕਿਹਾ ਹੈ ਕਿ ਪਿਛਲੀ ਤਿਮਾਹੀ ਵਿੱਚ ਸੂਬੇ ਨੇ ਆਰਥਿਕ ਰਿਕਵਰੀ ਕਾਫੀ ਤੇਜ਼ੀ ਨਾਲ ਕੀਤੀ ਹੈ। ਉਹਨਾਂ ਆਖਿਆ ਕਿ ਸਰਕਾਰ ਨੂੰ ਨਿੱਜੀ ਅਤੇ ਕਾਰਪੋਰੇਟ ਸੈਕਟਰ 'ਚ ਆਮਦਨ ਟੈਕਸ ਆਉਂਦਾ ਗਿਆ। ਇਸ ਸਭ ਨਾਲ ਪਿਛਲੀ ਤਿਮਾਹੀ ਵਿੱਚ ਸੂਬਾ ਸਰਕਾਰ 5 ਬਿਲੀਅਨ ਸਰਪਲਸ ਬਜਟ ਵੱਲ ਵਧ ਰਹੀ ਹੈ। ਜਿਨ੍ਹਾਂ ਕਿਹਾ ਕਿ 706 ਮਿਲੀਅਨ ਸਰਪਲਸ ਪੈਸੇ ਦਾ ਅੰਦਾਜ਼ਾ ਬਜਟ ਦੌਰਾਨ ਲਗਾਇਆ ਗਿਆ ਸੀ ਤੇ ਹੁਣ ਇਹ 5.7 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਇਸ ਸਦਕਾ ਹਾਊਸਿੰਗ, ਹੈਲਥ ਕੇਅਰ, ਕਲਾਈਮੇਟ ਚੇਂਜ ਅਤੇ ਪਬਲਿਕ ਸੇਫਟੀ ਲਈ ਸਰਕਾਰ ਕੰਮਕਾਜ ਜਾਰੀ ਰੱਖ ਸਕੇਗੀ ਅਤੇ ਇਹਨਾਂ ਵਿੱਚ ਵਾਧਾ ਕਰੇਗੀ, ਜਿਸ ਨਾਲ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਸੋਚ ਸਮਝ ਕੇ ਫੈਸਲੇ ਲਏ ਜਾਣਗੇ। ਵਿੱਤ ਮੰਤਰੀ ਅਨੁਸਾਰ BC ਸਰਕਾਰ ਵੱਲੋਂ 2 ਬਿਲੀਅਨ ਡਾਲਰ ਵਾਧੂ ਰੱਖੇ ਗਏ ਨੇ, ਜਿਸ ਨਾਲ ਸਰਕਾਰ ਵੱਲੋਂ ਕਾਸਟ ਆਫ ਲਿਵਿੰਗ ਨੂੰ ਘਟਾਉਣ ਲਈ ਲਏ ਗਏ ਮੈਜਰਸ ਨੂੰ ਪੂਰਾ ਕਰਨਾ, ਜਿਨ੍ਹਾਂ ਵਿੱਚ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਅਤੇ BC ਅਫੋਰਡੇਬਿਲਟੀ ਕ੍ਰੈਡਿਟ ਵਿੱਚ ਵਾਧੇ ਲਈ 1 ਬਿਲੀਅਨ ਡਾਲਰ ਅਤੇ ਇਸ ਤੋਂ ਇਲਾਵਾ ਇੰਸ਼ੋਰੈਂਸ ਰਿਬੇਟ ਲਈ 395 ਮਿਲੀਅਨ ਡਾਲਰ ਅਤੇ ਵਨ ਟਾਈਮ ਇਲੈਕਟ੍ਰੀਕਲ ਬਿੱਲ ਕ੍ਰੈਡਿਟ ਲਈ 320 ਮਿਲੀਅਨ ਡਾਲਰ ਰੱਖੇ ਗਏ ਨੇ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸੈਂਕੜੇ ਪੁਲਿਸ ਅਫਸਰ ਭਰਤੀ ਕਰਨ ਲਈ 230 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ। ਨਵੇਂ ਪ੍ਰੀਮੀਅਰ ਈਬੀ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਤੇ ਸਰਕਾਰ ਇਸ ਸਦਕਾ ਆਪਣੀਆਂ ਨਵੀਆਂ ਯੋਜਨਾਵਾਂ ਨੂੰ ਪੂਰਾ ਕਰ ਲਵੇਗੀ। ਨਿੱਕੇ ਬੱਚਿਆਂ ਵਿੱਚ RSV ਪਾਏ ਜਾਣ ਕਾਰਨ ਬੱਚਿਆਂ ਵਾਲੇ ਹਸਪਤਾਲ ਭਰੇ ਪਏ ਨੇ ਤੇ ਅਜਿਹੇ ਵਿੱਚ ਡਾਕਟਰਾਂ ਨੂੰ ਡਰ ਹੈ ਕਿ ਇਸ ਵਾਇਰਸ ਨਾਲ ਅਗਾਂਹ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਬਜ਼ੁਰਗਾਂ ਦੀ ਗਿਣਤੀ ਹੋਏਗੀ। ਮਾਹਿਰਾਂ ਮੁਤਾਬਕ ਕਿਹਾ ਗਿਆ ਹੈ ਕਿ ਇਸ ਮੌਕੇ ਸਭ ਦਾ ਧਿਆਨ ਬੱਚਿਆਂ ਦੇ ਹਸਪਤਾਲਾਂ ਉੱਪਰ ਲੱਗਿਆ ਹੋਇਆ। ਆਉਣ ਵਾਲੇ ਸਮੇਂ 'ਚ ਸਾਡੇ ਬਜ਼ੁਰਗਾਂ ਨਾਲ ਵੀ ਇਹ ਸਭ ਕੁਝ ਹੋ ਸਕਦਾ ਹੈ। ਇਸ ਬਾਰੇ ਇਨਫੈਕਸ਼ੀਅਸ ਡਿਜ਼ੀਜ਼ ਮਾਹਿਰਾਂ ਵੱਲੋਂ ਆਮ ਨਾਲੋਂ ਵੱਧ ਖਤਰਨਾਕ RSV ਤੇ ਫਲੂ ਸੀਜ਼ਨ ਦੀ ਪੇਸ਼ਨਗੋਈ ਕੀਤੀ ਗਈ ਹੈ। ਸਿਰਫ ਬੱਚੇ ਨਹੀਂ ਸਗੋਂ ਬਜ਼ੁਰਗ ਵੀ RSV ਦੇ ਵਧੇਰੇ ਸਰਕੂਲੇਟ ਹੋਣ ਕਾਰਨ ਗੰਭੀਰ ਬਿਮਾਰੀ ਦੀ ਚਪੇਟ 'ਚ ਆ ਸਕਦੇ ਨੇ। ਡਾਕਟਰ ਸਿਨਹਾ ਨੇ ਆਖਿਆ ਕਿ ਬੱਚਿਆਂ ਤੋਂ ਇਹ ਸਾਹ ਦੀ ਬਿਮਾਰੀ ਕਿਸੇ ਸਮੇਂ ਬਜ਼ੁਰਗਾਂ ਵਿੱਚ ਫੈਲੇਗੀ, ਇਸ ਦਾ ਕਿਆਸ ਵੀ ਨਹੀਂ ਲਾਇਆ ਜਾ ਸਕੇਗਾ। ਉਹਨਾਂ ਆਖਿਆ ਕਿ ਉਮਰ ਦੇ ਹਿਸਾਬ ਨਾਲ RSV ਕਾਰਨ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਬਾਰੇ ਡਾਟਾ ਵੀ ਸੀਮਿਤ ਮਾਤਰਾ 'ਚ ਉਪਲਬਧ ਹੈ। RSV ਕਾਰਨ ਹਸਪਤਾਲਾਂ 'ਚ ਦਾਖਲ ਹੋਣ ਬਾਰੇ ਬਾਲਗਾਂ ਦੀ ਵੱਧ ਰਹੀ ਗਿਣਤੀ ਬਾਰੇ ਡਾਕਟਰ ਪਹਿਲਾਂ ਹੀ ਚਿੰਤਤ ਨੇ। ਇੱਕ ਬਿਆਨ ਵਿੱਚ ਆਖਿਆ ਗਿਆ ਹੈ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ RSV ਕਾਰਨ ਹਸਪਤਾਲਾਂ 'ਚ ਦਾਖਲ ਹੋਣ ਬਾਰੇ ਲੋਕਾਂ ਦਾ ਡਾਟਾ ਉਮਰ ਦੇ ਹਿਸਾਬ ਨਾਲ ਇਕੱਠਾ ਨਹੀਂ ਕੀਤਾ ਗਿਆ। 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ RSV ਦੀ ਵੈਕਸੀਨ ਪੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਈਜ਼ਰ ਨੇ ਵੀ ਹੈਲਥ ਕੈਨੇਡਾ ਕੋਲ ਜਾਂਚ ਲਈ RSV ਦੀਆਂ 2 ਵੈਕਸੀਨ ਜਲਦ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਹੈ। ਇਹਨਾਂ ਵਿੱਚੋਂ ਇੱਕ ਵੈਕਸੀਨ ਬਜ਼ੁਰਗਾਂ ਲਈ ਤੇ ਦੂਜੀ ਗਰਭਵਤੀ ਔਰਤਾਂ ਲਈ ਹੋਏਗੀ। ਇਸ ਸਾਲ ਬ੍ਰੈਂਪਟਨ ਵਿੱਚ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਦੀਆਂ ਤਸਵੀਰਾਂ ਤੁਸੀਂ ਸਭ ਨੇ ਦੇਖੀਆਂ, ਜਿਸ ਕਾਰਨ ਸਿਟੀ ਆਫ ਬ੍ਰੈਂਪਟਨ ਵੱਲੋਂ ਪਟਾਕੇ ਚਲਾਉਣ ਉੱਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਕਮੇਟੀ ਦੀ ਮੀਟਿੰਗ 'ਚ ਇਸ ਸੰਬੰਧੀ ਸਰਬਸੰਮਤੀ ਦੇ ਨਾਲ ਮਸਲਾ ਪਾਸ ਹੋਣ ਤੋਂ ਬਾਅਦ ਇਹ ਪਾਬੰਦੀ ਲਾ ਦਿੱਤੀ ਜਾਵੇਗੀ। ਕਾਉਂਸਲਰ ਡੈਨਿਸ ਕੀਨਨ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ ਤੇ ਇਸ ਦੀ ਤਾਈਦ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਕੀਤੀ ਗਈ। ਇਸ ਮਤੇ ਵਿੱਚ ਬ੍ਰੈਂਪਟਨ 'ਚ ਪਟਾਕਿਆਂ ਦੀ ਵਰਤੋਂ ਤੇ ਇਹਨਾਂ ਦੀ ਵਿਕਰੀ ਉੱਤੇ ਪਾਬੰਦੀ ਲਾਏ ਜਾਣ ਦੀ ਗੱਲ ਕੀਤੀ ਗਈ ਹੈ। ਸਿਟੀ ਕੌਂਸਲ ਵੱਲੋਂ 28 ਨਵੰਬਰ ਨੂੰ ਇਸ ਫੈਸਲੇ ਉੱਤੇ ਮੋਹਰ ਲਾਈ ਜਾਵੇਗੀ। ਇਸ ਸੋਧੇ ਹੋਏ ਕਾਨੂੰਨ ਤਹਿਤ ਬ੍ਰੈਂਪਟਨ ਵਿੱਚ ਪਟਾਕੇ ਚਲਾਉਣ ਵਾਲਿਆਂ ਨੂੰ $500 ਦਾ ਜੁਰਮਾਨਾ ਲਾਇਆ ਜਾਵੇਗਾ ਤੇ ਪਟਾਕੇ ਵੇਚਣ ਦੀ ਪੇਸ਼ਕਸ਼ ਕਰਨ ਦੇ ਲਈ
$1000 ਦਾ जुर्माना लाया जाएगा। पटाके सिर्फ फिल्म इंडस्ट्री लई ते सिटी ਵੱਲੋਂ करवाए जाने वाले इवेंट्स ਵਿੱਚ ही चलाए जा सकणगे। मेयर पैट्रिक ब्राउन ने स्वीकार किया है कि ब्रैम्पटन के लोगों ਵੱਲੋਂ इस बारे गल की गई है। लोग पटाके चलाए जाने तो परेशान हैं ਅਤੇ इस नाल होने वाले शोर प्रदूषण ते मलबे कारण भी लोगों को इस बार तंगियां ते परेशानियां का सामना करना पिया। जिक्रयोग है कि मौजूदा बायला तहत ब्रैम्पटन दे विच विक्टोरिया डे, कैनेडा डे, दिवाली और नवे साल मौके बिना परमिट लिया पटाके चलाउण की इजाजत है। पर कीनन ने आख्या कि इस बारी पटाके चलाए जाण दीआं घटनावां च होए हदों वाधे ते वाधे दीआं शिकायतां मिलण करके इस नूं रोकण दे लई सख्त जुर्माने का राह सिटी नूं अख्तियार करना चाहिए। स्कारबरो विच ओंटारियो के सिक्ख्या मंत्री स्टीफन लीचे ने ड्यूल क्रेडिट प्रोग्राम विस्तार करने के लिए $4.8 मिलियन के निवेश की घोषणा की, जो सैकेंडरी विद्यार्थियों को कॉलेज कोर्स सिखलाई लैण विच मदद करता है, जो उन्होंने सैकेंडरी स्कूल डिप्लोमा के सर्टिफिकेट विच गिणदे ने। यह निवेश एक वाधू 2200 विद्यार्थियों के लिए किया गया, जिस दे नाल एंटरप्रेन्योरशिप सिखलाई विच हिस्सा लैण दे मौके भी उन्हां नूं प्रदान होणगे। As we highlight our plan to continue to make life more affordable, to attract jobs and investment in our province, and to build the next generation of leaders, of thinkers, of entrepreneurs in this province and country. And to do that, we're going to ensure that students have the access to the skills they need that leads them to a good paying job. We know that to build this province, a $160 billion infrastructure plan, we need talented people. And our mission in this province is to ensure the next generation of workers is highly skilled, is financially literate, technologically savvy, and ready for the jobs of tomorrow. Which leads me to today's announcement that I'm very proud to confirm that we're going to be expanding the dual credit program in this province, which will provide more opportunities for students for both apprenticeship and technological education programs. And so today, Peter, David, Patrice, and I, on behalf of our Premier, Doug Ford, are pleased to announce a $4.8 million investment to provide an additional 1,800 students entering apprenticeship training and technical education courses. In addition, we're adding opportunities for another 420 students in the early childhood education related courses. Together, this represents 2,200 more students in dual credits over the next 2 years. And we believe it is absolutely critical we do this because we need more people, more young people, to fulfill the promising careers within the skilled trades. It's why we're demonstrating through this investment in the dual credit program. उप प्रधानमंत्री क्रिस्टिया फ्रीलैंड ਵੱਲੋਂ पिछले दिन एमरजेंसी कमीशन अगे गवाही दी गई सी ते अज प्रधानमंत्री जस्टिन ट्रूडो गवाही देने के लिए पहुंचे, जिस नाल जांच का पहला पड़ाव लगभग पूरा हो गया। अपनी गवाही दौरान प्रधानमंत्री ट्रूडो ने पुलिस कोल प्रदर्शन नूं खत्म करने की योजना होने के दाविਆਂ नूं खत्म कर दिता। गवाही मौके प्रधानमंत्री ने कहा कि असीं सुणदे रहे सी कि पुलिस कोल एक योजना सी। उन्होंने कहा कि मैं लोगों नूं उस असल योजना उत्ते एक नज़र मारन की सिफारिश करांगा, जो कि बिल्कुल भी योजना नहीं सी। इस हफ्ते डिप्टी प्रधानमंत्री क्रिस्टिया फ्रीलैंड, पब्लिक सेफ्टी मिनिस्टर मार्को मेडिचिनो समेत होर फैडरल मिनिस्टर्स और RCMP अधिकारियों तो पुछगिछ की गई सी। जिक्रयोग है कि ओटावा विच वैक्सीन खिलाफ होए मुजाहरिਆਂ वेले प्रधानमंत्री जस्टिन ट्रूडो ने एमरजेंसी एक्ट ऐलान कर दिता सी। कैनेडा के इतिहास में अजिहा पहली बारी किया गया सी। एमरजेंसी एक्ट के लागू होने नाल विरोध प्रदर्शनों नाल नजिठण लई फैडरल सरकार नूं आरजी तौर पर वाधू शक्तियां प्राप्त होईयां सन। एमरजेंसी जांच कमीशन की सुनवाई दौरान दाखिल एक रिपोर्ट में यह गल सामने आई सी कि RCMP ने वैक्सीन विरोधी मुजाहरिਆਂ तो एक हफ्ता पहला फैडरल मिनिस्टर्स की सुरक्षा विच तब्दीली की सी। कमीशन का पहला पड़ाव 25 नवंबर को समाप्त होगा। उस तो बाद अगले पड़ाव च नीति माहरां नाल गोलमेज गलबात होएगी। BC के सरी शहर दे विच सवेरे 8:30 बजे तो लोगों की लंबी लाइन लग जाती है। ये लाइन लगती है BLS इंटरनेशनल वीज़ा एप्लीकेशन सेंटर के सामने, जिथे लोग भारतीय वीजे की अर्जी लई उड़ीक कर रहे हैं। चैनल पंजाबी वालों तमाम लोगों के नाल खास गलबात करके उन्होंने दरपेश दिक्कतों बारे
ਪੁੱਛਿਆ ਗਿਆ। ਤਾਂ ਅਸੀਂ ਖੜੇ ਆ BLS ਜਿਹੜਾ ਕਿ ਇੰਡੀਅਨ ਪਾਸਪੋਰਟ ਐਪਲੀਕੇਸ਼ਨ ਸੈਂਟਰ ਆਗਾ। ਇੱਥੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਇੱਥੇ ਲੰਮਾ ਲਾਈਨਅਪ ਹੁੰਦਾਗਾ। ਸਵੇਰੇ 6 ਵਜੇ 7 ਵਜੇ ਲੋਕ ਜਿਹੜੇ ਨੇ ਉਹ ਆ ਕੇ ਰੁਕ ਜਾਂਦੇ ਨੇ, ਇੱਥੇ ਲਾਈਨਾਂ 'ਚ ਲੱਗ ਜਾਂਦੇ ਨੇ। ਪਰ ਇਹਦੇ ਬਾਵਜੂਦ ਵੀ ਪਾਸਪੋਰਟ ਕਲੈਕਟ ਕਰਨ ਦੇ ਵਿੱਚ ਵੀ ਦਿੱਕਤਾਂ ਨੇ, ਪਾਸਪੋਰਟ ਜਮ੍ਹਾਂ ਕਰਵਾਉਣ ਦੇ ਵਿੱਚ ਵੀ ਦਿੱਕਤਾਂ ਨੇ, ਵੀਜ਼ਾ 'ਚ ਵੀ ਦਿੱਕਤਾਂ ਨੇ। ਇਹ तमाम ਦੇ ਬਾਰੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹ ਕੀ ਸਮੱਸਿਆ ਦਾ ਹੱਲ ਆਖਰਕਾਰ ਕਿਸ ਢੰਗ ਦਾ ਚਾਹੁੰਦੇ ਨੇ। ਕਰਦੇ ਆ ਲੋਕਾਂ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ। ਲਾਈਨ ਆਪਾਂ ਹੁਣ ਤੁਸੀਂ ਦੇਖੋ ਜੀ ਕਿੰਨੇ ਹੁਣ ਆਪਣਾ ਸਾਰੇ ਖੜੇ ਆ, ਬਾਹਰ ਖੜੇ ਆ, ਮੀਂਹ ਦੇ ਵਿੱਚ ਖੜੇ ਆ ਤੇ ਦਿੱਕਤਾਂ ਹੀ ਦਿੱਕਤਾਂ ਸਾਰਿਆਂ ਨੂੰ। ਹੁਣ ਕਦੋਂ ਤੋਂ ਲੋਕ ਆ ਕੇ ਖੜ ਜਾਂਦੇ ਆ ਇੱਥੇ ਤੇ ਕੋਈ ਨਹੀਂ ਹੈਗਾ ਬਈ ਉਹਨਾਂ ਦਾ ਵੀ ਕਿੰਨਾ ਟਾਈਮ ਲੱਗੂਗਾ। ਜੇ ਘਰੇ ਅਪਾਇੰਟਮੈਂਟ ਬਣਾਉਣ ਦੀ ਟਰਾਈ ਕਰਦੇ ਹਾਂ ਅਸੀਂ, ਅਪਾਇੰਟਮੈਂਟ ਨਹੀਂ ਉੱਥੇ ਸਾਨੂੰ ਲੱਭਦੀਆਂ ਪਈਆਂ ਕਿੱਥੇ ਬਣਾਉਣੀਆਂ ਹੈਗੀਆਂ। ਇੱਥੇ ਆ ਕੇ ਲੋਕ ਖੜ ਜਾਂਦੇ ਆ ਤੇ ਵੇਟ ਕਰੀ ਜਾਂਦੇ ਆ। ਵੇਟ ਕਰਕੇ ਹੁਣ ਦਿੱਕਤਾਂ ਆਈ ਜਾਂਦੀਆਂ ਸਾਰਿਆਂ ਨੂੰ ਇੱਥੇ ਤੇ ਦਿਸ ਇਜ਼ ਨਾਟ ਰਾਈਟ। ਦੇ ਨੀਡ ਟੂ ਫਾਈਂਡ ਆਊਟ ਦਾ ਸੋਲਿਊਸ਼ਨ ਹਾਊ ਦੇ ਕੈਨ ਡੂ ਇਟ ਬੈਟਰ। ਬਟ the people they are in the lines, they are waiting, and some people they are coming the next day. If I heard I heard like some people they go back, they are coming from far, from Kamloops, and they go back. I don't know where they are staying in the hotels or what. तो ਇਹ ਭਾਜੀ ਸਾਨੂੰ ਦਿੱਕਤਾਂ ਆ ਰਹੀਆਂ, ਸਾਰੇ ਲੋਕਾਂ ਨੂੰ ਆ ਰਹੀਆਂ ਇੱਥੇ ਦਿੱਕਤਾਂ ਤੇ ਅਸੀਂ ਚਾਹੁੰਦੇ ਕਿ ਬੈਟਰ ਆਪਣਾ ਕਰਨ, ਇਹ ਜਿੱਦਾਂ ਵੀ ਕਰ ਸਕਦੇ ਆ। ਵੀਜ਼ਾ ਜੇ ਸ਼ੁਰੂ ਕਰਦੇ, ਵੀਜ਼ਾ ਸ਼ੁਰੂ ਕਰਨਾ ਚਾਹੀਦਾ, ਦੁਬਾਰੇ ਉਹ ਬੰਦ ਪਿਆ। ਈ ਵੀਜ਼ਾ ਤਾਂ ਸਭ ਤੋਂ ਵਧੀਆ ਦੀ, ਫੇਰ ਤਾਂ ਸਾਨੂੰ ਲਾਈਨ 'ਚ ਲੱਗਣਾ ਹੀ ਨਾ ਪਵੇ। ਅੱਗੇ ਲਵਾ ਕੇ ਗਏ ਆ 2016 ਦੇ ਵਿੱਚ, 17 ਦੇ ਵਿੱਚ ਲਵਾ ਕੇ ਗਏ ਆ, ਇੱਥੇ ਆਈ ਨਹੀਂ ਅਸੀਂ। ਉਹ ਘਰੋਂ ਬੈਠ ਕੇ ਲਵਾ ਲਿਆ, ਅਪਾਇੰਟਮੈਂਟਸ ਦੀ ਕੋਈ ਲੋੜ ਨਹੀਂ ਸੀਗੀ ਤੇ ਨਾ ਬਣਾਉਣੀ ਪਈ ਸਾਨੂੰ। ਅਸੀਂ ਉਹ ਲਵਾ ਕੇ ਘਰੇ ਚਲੇ ਗਏ ਤੇ ਇਹਨਾਂ ਨੂੰ ਕਰਨਾ ਚਾਹੀਦਾ। ਅੱਜ ਜਿੰਨੇ ਲੋਕ ਖੜੇ ਹੈਗੇ ਮੈਨੂੰ ਲੱਗਦਾ ਇਹਦੇ ਵਿੱਚੋਂ ਜਿਹੜੀ ਹੈਗੀ ਆ 60% ਪੀਪਲ ਤਾਂ ਇੱਥੇ ਲਾਈਨ ਦੇ ਵਿੱਚ ਆਉਣ ਦੀ ਲੋੜ ਹੀ ਨਾ ਪਵੇ, ਘਰੋਂ ਹੀ ਹੋ ਜੇ ਕੰਮ ਉਹ। ਇਸ ਤੋਂ ਇਲਾਵਾ ਜੇ ਵੀਜ਼ਾ ਸ਼ੁਰੂ ਨਹੀਂ ਕਰਦੇ ਤਾਂ ਕਮਿਊਨਿਟੀ ਦੀ ਲਗਾਤਾਰ ਵਧ ਰਹੀ ਇੰਡੀਅਨ ਕਮਿਊਨਿਟੀ, ਆਫਿਸਰਸ ਓਨੇ ਹੀ ਨੇ, ਕੀ ਆਫਿਸਰਸ ਦੀ ਗਿਣਤੀ ਵੀ ਵਧਾਉਣੀ ਚਾਹੀਦੀ ਹੈ? ਗਿਣਤੀ ਇਹਨਾਂ ਨੂੰ ਟ੍ਰਿਪਲ ਕਰਨੀ ਚਾਹੀਦੀ ਹੈ ਜੀ, ਨਾ ਕਿ ਡਬਲ ਕਰਨੀ ਚਾਹੀਦੀ ਹੈ। ਜੇ ਹੁਣ ਆਪਾਂ ਕਹਿੰਦੇ ਆ ਜਿੰਨੇ ਹੁਣ ਸਟੂਡੈਂਟ ਜਿਹੜੇ ਆ ਰਹੇ ਆ, ਜੇ ਉਹਨਾਂ ਨੇ ਚਾਈਨਾ ਤੋਂ ਅੱਗੇ ਇਹਨਾਂ ਨੇ ਕਹਿਤਾ ਕਿ ਜਿਹੜੇ ਇੰਡੀਅਨ ਸਟੂਡੈਂਟ ਆ ਰਹੇ ਆ ਤੇ ਜੇ ਆਉਣਗੇ ਤਾਂ ਆਫ ਕੋਰਸ ਉਹ ਬੈਕ ਹੋਮ ਵੀ ਤਾਂ ਜਾਣਗੇ। ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਸਾਨੂੰ ਕੱਲ੍ਹ ਹੀ ਪਤਾ ਲੱਗਿਆ ਕਿ ਹੁਣ ਤਾਂ ਜੀ ਇੱਥੇ ਇੰਨੀ ਕਮਿਊਨਿਟੀ ਹੋ ਗਈ ਆ, ਇੱਥੇ ਸਾਨੂੰ ਪਤਾ ਨਹੀਂ ਲੱਗਦਾ ਪਿਆ। ਪਤਾ ਤਾਂ ਹਰ ਇੱਕ ਨੰਬਰ ਦਾ ਲੱਗਦਾ ਪਿਆ ਕਿ ਕਿੰਨੇ ਇੰਡੀਅਨਸ ਕਿੰਨੇ ਸਾਰੇ ਆ ਰਹੇ ਆ ਬਾਹਰਲੀ ਕੰਟਰੀਜ਼ ਦੇ ਵਿੱਚ, ਕਿੰਨੇ ਕੈਨੇਡਾ 'ਚ ਆ ਰਹੇ ਆ ਤੇ ਉਹਨਾਂ ਨੇ ਬੈਕ ਵੀ ਤਾਂ ਜਾਣਾ ਹੀ ਆ। ਸੋ ਵਾਕਈ ਲੋਕ ਜਿਹੜੇ ਨੇ ਉਹ ਲਾਈਨਅਪ ਦੇ ਵਿੱਚ ਇੱਥੇ ਖੜਦੇ ਨੇ ਸਵੇਰ ਤੋਂ, ਜਿਹੜੇ ਉਹ ਰੁਕ ਜਾਂਦੇ ਜਿਨ੍ਹਾਂ ਕੋਲ ਅਪਾਇੰਟਮੈਂਟ ਨਹੀਂ ਹੈਗੀ ਤੇ ਅਪਾਇੰਟਮੈਂਟ ਬਣਾਉਣ ਦੇ ਵਿੱਚ ਵੀ ਦਿੱਕਤਾਂ ਜਿਹੜੀਆਂ ਉਹ ਆ ਰਹੀਆਂ ਨੇ। ਤੁਸੀਂ ਕੀ ਕਹੋਗੇ ਜਿਹੜੀ ਸਮੱਸਿਆ ਹੈ? मैं तो पासपोर्ट कैंसिलेशन के लिए आया हूँ, तो वीज़ा का मुझे पता नहीं आता अभी। तो लाइनअप में तो आपको भी जड़ो लगना पड़ा है यहाँ पे। हाँ जी, तो अपॉइंटमेंट नहीं मिलती है। मैंने जब अपॉइंटमेंट लेने की कोशिश करी, मेरे को 2 महीने बाद की अपॉइंटमेंट मिली, तो फिर इट वाज नॉट वर्थ इट, राइट? आई हैव टू गो टू इंडिया, सो आई हैव टू कम फास्ट हेयर, सो आई एम इन द लाइन अप नाउ। आई एम स्टैंडिंग हेयर सिल वन आवर। अब क्या करूँ मैं? नो ऑप्शन, आई हैव टू बी हेयर। तो क्या चाहते हो आपकी क्या चेंजेस जो की जाएं कि ये लाइनअप भी कम हो और दिक्कतें लोगों को ना आए? सबसे पहले तो ई वीज़ा को ऑन करना चाहिए, राइट? दैट इज़ वेरी इंपॉर्टेंट। आपको घर बैठे अगर मिल सकता है तो दैट इज़ बेस्ट, राइट? एंड उसके बाद आपको इतना लाइनअप की क्या ज़रूरत है? आपको ऑनलाइन तरीका होना चाहिए, आपको ऑनलाइन एक्सेस मिलना चाहिए। और अब जब आपका नंबर आए आप आ जाइए यहाँ पर, आप 1-1 घंटे यहाँ पे खड़े हुए हैं सुबह से ठंड के अंदर। दैट्स डजंट मेक एनी सेंस, बट लाइक दिस इज़ व्हाट वी हैव। ਸੋ ਵਾਕਈ ਦਿੱਕਤ ਜਿਹੜੀ ਆ ਲੋਕਾਂ ਨੂੰ ਹੈਗੀ ਆ, ਲਾਈਨਅਪ ਬਹੁਤ ਲੰਮਾ ਹੈ। ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਵੇਟ ਕਰਦੇ ਨੇ। ਲੋਕਾਂ ਦਾ ਕਹਿਣਾ ਕਿ ਜਦੋਂ ਅਸੀਂ ਅਪਾਇੰਟਮੈਂਟ ਬੁੱਕ ਕਰਾਉਣੇ ਆ, ਅਪਾਇੰਟਮੈਂਟ ਬੁੱਕ ਕਰਾਉਣ ਲਈ ਜਾਂਦੇ ਆ ਤਾਂ ਉਹਦੇ ਲਈ 2 ਮਹੀਨੇ ਦਾ ਸਮਾਂ ਜਿਹੜਾ ਹੈ ਉਹ ਕਮ ਸੇ ਕਮ ਲੱਗਦਾ ਹੈਗਾ। 1.5 ਮਹੀਨੇ 2 ਮਹੀਨੇ ਬਾਅਦ ਦੀ ਅਪਾਇੰਟਮੈਂਟ ਲੱਗਦੀ ਹੈ ਤੇ ਜਦੋਂ ਅਪਾਇੰਟਮੈਂਟ ਨਹੀਂ ਮਿਲਦੀ ਤਾਂ ਉਹਦੇ ਵਿੱਚ ਲੋਕਾਂ ਨੂੰ ਲਾਈਨਅਪ ਦੇ ਵਿੱਚ ਆ ਕੇ ਲੱਗਣਾ ਪੈਂਦਾ। ਸਵੇਰੇ ਲਾਈਨਅਪ ਦੇ ਵਿੱਚ ਜਿਹੜੇ ਉਹ ਲੋਕ ਲੱਗ ਜਾਂਦੇ ਨੇ, ਵੇਟਿੰਗ ਟਾਈਮ ਜਿਹੜਾ ਉਹ ਲੰਮਾ ਹੁੰਦਾ ਗਾ। ਤਾਂ ਉਹਦੇ 'ਚ ਦਿੱਕਤ ਜਿਹੜੀ ਆਉਂਦੀ ਉਹ ਸਿੱਧੇ ਰੂਪ 'ਚ ਇਹੀ ਆਉਂਦੀ ਹੈ ਕਿ ਬਹੁਤ ਲੋਕ ਦੂਰੋਂ ਆਉਂਦੇ ਨੇ। ਕੌਂਸੂਲੇਟ ਆਫਿਸਰਸ ਦੀ ਕਮੀ ਹੈ ਤਾਂ ਲੋਕ ਦੂਰੋਂ ਆਉਂਦੇ ਨੇ ਤਾਂ ਦੂਰੋਂ ਆਉਣ ਕਰਕੇ ਵੇਟਿੰਗ ਟਾਈਮ ਜਿਹੜਾ ਉਹ ਵੱਧ ਜਾਂਦਾ ਗਾ। ਜੀ ਅੰਕਲ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਕਿੰਨੀ ਕੁ ਵੇਟਿੰਗ ਲਾਈਨਅਪ ਜਿਹੜਾ ਇੱਥੇ ਹੈਗਾ ਜੀ? ਬਈ ਪਤਾ ਨਹੀਂ ਮੈਨੂੰ ਤਾਂ। ਕਿੰਨਾ ਕੁ ਟਾਈਮ ਤੋਂ ਤੁਸੀਂ ਵੇਟ ਜਿਹੜਾ ਕਰ ਰਹੇ ਹੋ? ਮੈਨੂੰ ਤਕਰੀਬਨ ਘੰਟਾ ਹੋ ਗਿਆ। ਤਾਂ ਕੀ ਤੁਸੀਂ ਚਾਹੁੰਦੇ ਈ ਵੀਜ਼ਾ ਸ਼ੁਰੂ ਕੀਤਾ ਜਾਵੇ ਤਾਂ ਕੀ ਸੁਧਾਰ ਜਿਹੜੇ ਉਹ ਹੋਣੇ ਚਾਹੀਦੇ ਨੇ? ਆਨਲਾਈਨ ਕੀਤਾ ਜਾਵੇ ਸਿਸਟਮ ਜਾਂ ਆਫਿਸਰਸ ਦੀ ਗਿਣਤੀ ਜਿਹੜੀ ਉਹ ਵਧਾਈ ਜਾਵੇ? ਹਾਂਜੀ, ਇਹੋ ਜਿਹਾ ਕੁਛ ਕੀਤਾ ਜਾਵੇ ਤਾਂ ਲੋਕਾਂ ਨੂੰ ਥੋੜੀ ਜਿਹੀ ਫੈਸਿਲਿਟੀ ਵਧੀਆ ਮਿਲ ਜੂ, ਛੇਤੀ ਕੰਮ ਹੋ ਜਾਊਗਾ, ਕਿਸੇ ਨੂੰ ਦਿਹਾੜੀ ਨਹੀਂ ਭੰਨਣੀ ਪਊ। ਹੁਣ ਦਿਹਾੜੀ ਭੰਨ ਕੇ ਫਿਰ ਇੱਥੇ ਆਉਣਾ ਪੈਂਦਾ ਤਾਂ ਕੰਮ ਹੁੰਦਾ। ਸੋ ਵਾਕਈ ਸਮੱਸਿਆ ਜਿਹੜੀ ਹੈ ਗੰਭੀਰ ਹੈ। ਸੋ ਅਸੀਂ BLS ਜਿਹੜਾ ਇੰਡੀਅਨ ਵੀਜ਼ਾ ਪਾਸਪੋਰਟ ਐਪਲੀਕੇਸ਼ਨ ਸੈਂਟਰ ਹੈ ਉੱਥੇ ਅਸੀਂ ਖੜੇ ਹਾਂ। ਉੱਥੇ ਲਾਈਨ ਅਪ ਹੈ ਤੇ ਇਸ ਸਮੱਸਿਆ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਜਿਹੜੀ ਉਹ ਹੈਗੀ ਹੈ ਕਿ ਆਨਲਾਈਨ ਅਪਾਇੰਟਮੈਂਟ ਜਿਹੜੀਆਂ ਨੇ ਉਹ ਲੋਕਾਂ ਨੂੰ ਸਮੇਂ ਸਿਰ ਨਹੀਂ ਮਿਲ ਰਹੀਆਂ। ਤੇ ਇਸ ਤੋਂ ਇਲਾਵਾ ਜਿਹੜੀ ਦਿੱਕਤ ਆ ਰਹੀ ਹੈ
ਕਿ ਲਾਈਨਅਪ ਦੇ ਵਿੱਚ ਲੋਕ ਲੱਗਦੇ ਨੇ ਤਾਂ ਲਾਈਨਅਪ ਦੇ ਵਿੱਚ ਉਹਨਾਂ ਦੀ ਵਾਰੀ ਜੇ ਨਹੀਂ ਆਉਂਦੀ ਤਾਂ ਉਹਨਾਂ ਨੂੰ ਅਗਲੇ ਦਿਨ ਫਿਰ ਤੋਂ ਆਉਣਾ ਪੈਂਦਾ ਗਾ। ਬਹੁਤ ਲੋਕ ਪਾਸਪੋਰਟ ਕਲੈਕਟ ਕਰਨ ਦੇ ਲਈ ਆਉਂਦੇ ਨੇ, ਉਹਨਾਂ ਦੀ ਵੇਟਿੰਗ ਵੀ ਜਿਹੜੀ ਉਹ ਲੰਮੀ ਹੈ ਤੇ ਇਸ ਵੇਟਿੰਗ ਨੂੰ ਘਟਾਉਣ ਦੇ ਲਈ ਜ਼ਰੂਰਤ ਹੈ ਕਿ ਕਦਮ ਚੁੱਕਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਦਿੱਕਤ ਜਿਹੜੀ ਉਹ ਨਾ ਆਵੇ, ਕਿਉਂਕਿ ਭਾਈਚਾਰਾ ਕਮਿਊਨਿਟੀ ਇੱਥੇ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈ ਤੇ ਸਾਰੇ ਪਿੱਛੇ ਭਾਰਤ ਪੰਜਾਬ ਆਪਣੇ ਰਿਸ਼ਤੇਦਾਰਾਂ ਕੋਲੇ, ਆਪਣੇ ਚਾਹੁਣ ਵਾਲਿਆਂ ਕੋਲੇ ਜਾਣਾ ਚਾਹੁੰਦੇ ਨੇ। ਸੋ ਇਸ ਸਮੱਸਿਆ ਦਾ ਜਿਹੜਾ ਹੈ ਹੱਲ ਕੋਈ ਨਾ ਕੋਈ ਜ਼ਰੂਰ ਜਲਦੀ ਤੋਂ ਜਲਦੀ ਕੱਢਣਾ ਚਾਹੀਦਾ ਹੈ। ਕੋਵਿਡ ਮਹਾਮਾਰੀ ਤੋਂ ਬਾਅਦ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ, ਜਿਸ ਨੂੰ ਕਿ ਲੀਹ ਤੇ ਲਿਆਉਣ ਤੇ ਦਰੁਸਤ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਪਰ ਪਿਛਲੇ ਸਮੇਂ ਦੌਰਾਨ ਕਾਰਾਂ ਦੀ ਸਪਲਾਈ ਘਟਣ ਕਾਰਨ ਨਵੀਆਂ ਪੁਰਾਣੀਆਂ ਕਾਰਾਂ ਖਰੀਦਣ ਦੇ ਵਿੱਚ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਕਾਰਾਂ ਦੀ ਮਾਰਕੀਟ ਦੇ ਕੀ ਹਾਲਾਤ ਨੇ, ਇਸ ਸੰਬੰਧੀ ਜਸਕਰਨ ਹੋਰਾਂ ਵੱਲੋਂ ਸੁਖੀ ਬਾਠ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਦੋਸਤੋ, ਜਦੋਂ ਦੀ ਪੈਂਡੈਮਿਕ ਹੋਈ ਆ ਉਹਦੇ ਤੋਂ ਬਾਅਦ ਬਹੁਤ ਕੁਝ ਪਹਿਲਾਂ ਵਰਗਾ ਨਹੀਂ ਹੋਇਆ ਤੇ ਕਾਰਾਂ ਦੀ ਮਾਰਕੀਟ ਵੀ ਪਹਿਲਾਂ ਵਰਗੀ ਨਹੀਂ ਹੋਈ। ਨਵੀਂ ਕਾਰ ਲੈਣ ਚਲੇ ਜਾਓ, ਅਜੇ ਵੀ ਕੋਈ 8 ਮਹੀਨੇ ਕਹਿੰਦੇ ਆ, ਕੋਈ 10 ਮਹੀਨੇ ਕਹਿੰਦੇ ਆ। ਯੂਜ਼ਡ ਕਾਰ, ਪੁਰਾਣੀ ਕਾਰ ਲੈਣ ਚਲੇ ਜਾਓ ਤੇ ਉਹ ਨਵੀਂ ਨਾਲੋਂ ਮਹਿੰਗੀ ਮਿਲਦੀ ਆ। ਕੀ ਆਉਣ ਵਾਲੇ ਸਮੇਂ ਦੇ ਵਿੱਚ, ਥੋੜ੍ਹੇ ਸਮੇਂ ਦੇ ਵਿੱਚ, ਅਗਲੇ ਸਾਲ ਦੇ ਵਿੱਚ ਕਾਰਾਂ ਬਹੁਤ ਸਸਤੀਆਂ ਹੋ ਜਾਣਗੀਆਂ? ਕੀ ਯੂਜ਼ਡ ਕਾਰਾਂ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ? ਜਿਹੜੇ ਇਸ ਵੇਲੇ ਕਾਰ ਲੈਣ ਬਾਰੇ ਸੋਚ ਰਹੇ ਆ, ਰੁਕ ਜਾਣਾ ਚਾਹੀਦਾ ਜਾਂ ਕੀ ਸੰਭਾਵਨਾ ਹੈ ਕਿ ਸਥਿਤੀ ਹੋਰ ਜਿਹੜੀ ਆ ਇਹ ਤੋਂ ਵੀ ਬਦਤਰ ਹੋ ਸਕਦੀ ਹੈ? ਸੁਖੀ ਬਾਠ ਮੋਟਰਸ ਤੇ ਅਸੀਂ ਆਏ ਹਾਂ, ਇਸ ਵੇਲੇ ਸੁਖੀ ਬਾਠ ਟਰੱਕ ਸੈਂਟਰ ਤੇ ਖੜੇ ਆ। ਬਾਠ ਸਾਹਿਬ ਨਾਲ ਗੱਲ ਕਰਦੇ ਹਾਂ। ਬਾਠ ਸਾਹਿਬ, ਕੀ ਸਥਿਤੀ ਹੈ ਜੀ? ਕਿੱਧਰਲੇ ਪਾਸੇ ਨੂੰ ਗੱਲ ਜਾ ਰਹੀ ਹੈ? ਸੁਧਰ ਰਹੀ ਹੈ ਜਾਂ ਮਾੜੇ ਪਾਸੇ ਨੂੰ ਜਾ ਰਹੀ ਆ ਇੱਕ ਕਸਟਮਰ ਦੇ ਪੁਆਇੰਟ ਆਫ ਵਿਊ ਤੋਂ? ਬਿਲਕੁਲ ਜੀ, ਜਸਕਰਨ, ਪਹਿਲਾਂ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਜੀ ਆਇਆਂ ਨੂੰ। ਜਿਹੜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਹ ਕਰੋਨਾ ਤੋਂ ਬਾਅਦ ਜਿਹੜੀ ਮਾਰਕੀਟ ਬੜੀ ਹਫੜਾ ਦਫੜੀ ਜਿਹੀ ਮਚੀ ਹੋਈ ਆ। ਖਾਸ ਕਰ ਜਿਹੜੀਆਂ ਨਵੀਆਂ ਗੱਡੀਆਂ ਨੇ ਉਹਨਾਂ ਦੀ ਸ਼ਾਰਟੇਜ ਜਿਹੜੀ ਸੀਗੀ ਵੀ ਬਹੁਤ ਵੱਡੀ ਸ਼ਾਰਟੇਜ। ਅਤੇ ਜਿਹੜੀਆਂ ਪੁਰਾਣੀਆਂ ਗੱਡੀਆਂ, ਯੂਜ਼ਡ ਗੱਡੀਆਂ ਸੀਗੀਆਂ, ਇਹਨਾਂ ਦੀ ਜਿਹੜੀ ਵੈਲਿਊ ਉੱਪਰ ਜਾਣ ਦਾ ਜਿਹੜਾ, ਕਿ ਮੈਂ ਹੁਣ ਪਿਛਲੇ 30 ਕੁ ਡੇਜ਼ ਤੋਂ ਨੋਟਿਸ ਜੋ ਕਰ ਰਿਹਾ, ਇਟਸ ਐਵਰੀਥਿੰਗ ਕਾਮ ਡਾਊਨ, ਇਟਸ ਕਮਿੰਗ ਟੂ ਦ ਪੁਆਇੰਟ। ਮੈਂ ਇਹ ਨਹੀਂ ਕਹਿ ਰਿਹਾ ਵੀ ਮਸਲਾ ਹੱਲ ਹੋ ਗਿਆ, ਪਰ ਮੈਂ ਐਟਲੀਸਟ ਕਹੂੰਗਾ 70% ਹਾਲੇ ਇਸ਼ੂ ਆਊਟਸਟੈਂਡਿੰਗ ਹੈ, 30% ਹਾਲੇ ਇਸ਼ੂ ਜਿਹੜਾ ਸ਼ਾਰਟੇਜ ਦਾ ਸਟਿਲ ਬਰਕਰਾਰ ਆ। ਸੋ ਇਹਦਾ ਮਤਲਬ ਇਹ ਆ ਕਿ ਹੌਲੀ ਜਿਹੜੇ ਸਾਰੇ ਕੰਮਕਾਰ ਚੱਲ ਪਏ ਨੇ। ਪ੍ਰੋਡਕਸ਼ਨ ਲਾਈਨ ਜਿਹੜੀਆਂ ਮੈਨੂਫੈਕਚਰ ਨੇ ਉਹਨਾਂ ਦੀਆਂ ਫੈਕਟਰੀਆਂ ਚੱਲ ਪਈਆਂ। ਕੋਈ ਚਿਪਸ ਦਾ ਇਸ਼ੂ ਸੀ, ਉਹ ਹੱਲ ਹੋ ਗਿਆ ਜਿੰਨਾ ਕਿ ਸਾਨੂੰ ਪਤਾ। ਪਰ ਜਿਹੜੀਆਂ ਆਮ ਕਾਰਾਂ ਨੇ ਉਹ ਤੇ ਤਕਰੀਬਨ ਆਨਲਾਈਨ ਹੀ ਨੇ, ਉਹ ਤੇ ਹੁਣ ਆਊਟ ਆਫ ਕੰਟਰੋਲ ਨਹੀਂ ਗਈਆਂ। ਪਰ ਜਿਹੜੀਆਂ ਗੱਡੀਆਂ ਇਲੈਕਟ੍ਰਿਕ ਕਾਰਸ ਨੇ, ਹਾਈਬ੍ਰਿਡ ਕਾਰਸ ਨੇ, ਉਹਨਾਂ ਦੀ ਜ਼ਰੂਰ ਜਿਹੜੀ ਆ 6, 7, 8 ਮਹੀਨੇ ਦੀ ਜਿਹੜੀ ਵੇਟਿੰਗ ਲਿਸਟ ਹਾਲੇ ਵੀ ਚੱਲ ਰਹੀ ਹੈ ਜੀ। ਜਿਹੜੀਆਂ ਇਹ ਮਤਲਬ ਨਵੀਆਂ ਕਾਰਾਂ ਹੁਣ ਮਿਲ ਜਾਂਦੀਆਂ ਜਾਂ ਯੂਜ਼ਡ ਕਾਰਾਂ, ਉਹਨਾਂ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਸੈੱਟ ਹੋਈਆਂ ਜਾਂ ਇਹਦੇ ਬਾਰੇ ਕੀ ਹੈਗੀ ਸਥਿਤੀ ਜੀ? ਹਾਂ ਬਿਲਕੁਲ ਜੀ, ਇਹ ਮੈਂ ਨਾਲ ਇਹ ਵੀ ਅਸੀਂ ਵੀ ਖੁਦ ਨੋਟਸ ਕਿ ਰੋਜ਼ ਅਸੀਂ ਮੋਨੀਟਰ ਕਰਦੇ ਹਾਂ। ਵੱਡੀ ਤਾਦਾਦ ਦੇ ਵਿੱਚ ਅਸੀਂ ਗੱਡੀਆਂ ਬਾਏ ਕਰਦੇ ਹਾਂ। ਪਿਛਲੇ 60 ਡੇ ਦੇ ਵਿੱਚ ਮੈਂ ਕਹੂੰਗਾ ਵੀ ਆਮ ਜਿਹੜੀ 2-3 ਸਾਲ ਪੁਰਾਣੀ ਗੱਡੀ ਆ, ਉਹ ਐਵਰੇਜ $3000 ਉਹਦੀ ਵੈਲਿਊ ਥੱਲੇ ਆ ਗਈ ਹੈ। ਉਨੀ ਵੱਡੀ ਡਿਮਾਂਡ ਨਹੀਂ ਹੈ ਜਿੰਨੀ ਪਹਿਲਾਂ ਸਮਝੀ ਜਾਂਦੀ ਸੀ ਵੀ ਕਾਰਾਂ ਦੀਆਂ ਲੋਟਾਂ ਜਿਹੜੀਆਂ ਖਾਲੀ ਹੋ ਗਈਆਂ ਨੇ। ਹੁਣ ਤੁਸੀਂ ਕਿਸੇ ਵੀ ਡੀਲਰਸ਼ਿਪ ਤੇ ਜਾ ਕੇ ਦੇਖੋ, ਤਕਰੀਬਨ ਤੁਹਾਨੂੰ ਲੋਟਸ ਫੁੱਲ ਹੀ ਮਿਲਣਗੀਆਂ। ਜਾਂ ਅਸੀਂ ਡੀਲਰ ਆਕਸ਼ਨਸ ਹੁੰਦੀਆਂ ਨੇ, ਅਸੀਂ ਉੱਥੇ ਜਾਂਦੇ ਹਾਂ। ਕਿੱਥੇ ਉੱਥੇ ਹਰ ਆਈ ਕਾਰ ਵਿਕੀ ਜਾ ਰਹੀ ਸੀ, ਹੁਣ ਹਰ ਆਈ ਕਾਰ ਵਿਕ ਨਹੀਂ ਰਹੀ। ਸੋ ਉਹ ਇੱਕ ਬੜਾ ਵੱਡਾ ਇੰਡੀਕੇਸ਼ਨ ਆ ਕਿ ਇਸ ਜਿਹੜੀ ਹੋਲ ਮਾਰਕੀਟ ਆ, ਇਸ ਸੈਟਲਿੰਗ ਡਾਊਨ ਆ। ਇੱਕ ਹੋਰ ਦੱਸਿਓ, ਕੀ ਪਿੱਛੋਂ ਕਾਰਾਂ ਆਉਣੀਆਂ ਵੱਧ ਗਈਆਂ ਜਾਂ ਵਿਆਜ ਵਧਣ ਦੇ ਨਾਲ ਲੋਕਾਂ ਨੇ ਲੈਣੀਆਂ ਘਟਾ ਦਿੱਤੀਆਂ? ਦੇਖੋ ਜੀ, ਜਿਹੜਾ ਨੈਚੁਰਲੀ ਆ, ਜਿਹੜਾ ਸਮਾਰਟ ਕੰਜ਼ਿਊਮਰ ਆ, ਉਹ ਆਪਣੇ ਆਪ ਨੂੰ ਤਾਂ ਕੌਸ਼ੀਅਸਲੀ ਦੇਖਦਾ ਹੀ ਆ। ਕਿਉਂ ਜਿਹੜਾ ਰੇਟ ਦਾ ਫਰਕ ਹੋਣਾ, ਫਿਰ ਆਪਣੀ ਅਫੋਰਡੇਬਿਲਟੀ ਨੂੰ ਮੱਦੇਨਜ਼ਰ ਰੱਖ ਕੇ ਅਗਲਾ ਬਹੁਤ ਕੁਝ ਸੋਚਦਾ ਸਮਝਦਾ ਹੈ। ਬਹੁਤ ਚੰਗੀ ਗੱਲ ਹੈ ਵੈਸੇ, ਕਿ ਫਿਊਚਰ ਜਿਹੜਾ ਸਾਡੀ ਜਿੰਨੀ ਕਮਿਊਨਿਟੀ ਸਾਡੀ ਸਟਰੋਂਗ ਹੋਏਗੀ, ਫਾਈਨੈਂਸ਼ਲੀ ਸਟਰੋਂਗ ਹੋਏਗੀ, ਫਿਊਚਰ ਬਹੁਤ ਵਧੀਆ ਹੋਏਗਾ। ਪਰ ਨਾਲ ਦੀ ਨਾਲ ਜਿਹੜਾ ਪਿੱਛੋਂ ਕਾਰਾਂ ਦਾ ਨਹੀਂ ਸੀ ਆਉਣਾ, ਉਹ ਚੀਜ਼ ਨੇ ਹੁਣ ਇੱਕ ਯਕਦਮ ਆਉਣ ਲੱਗ ਗਈਆਂ, ਉਹਦਾ ਬੜਾ ਇਫੈਕਟ ਪਿਆ ਹੈਗਾ ਆ। ਇਸ ਕਰਕੇ ਰਲਮਾ ਮਿਲਮਾ ਜਿਹਾ ਇਹ ਹੰਗਾਰਾ ਆ। ਕਾਰ ਵੈਸੇ ਮੈਂ ਤਾਂ ਅੱਗੇ ਵੀ ਤੁਹਾਡੇ ਚੈਨਲ 'ਤੇ ਬਹੁਤ ਵਾਰੀ ਕਹਿਣਾ ਹੁੰਦਾ, ਕਾਰ ਇੱਕ ਮੇਜਰ ਇਨਵੈਸਟਮੈਂਟ ਆ। ਜ਼ਰੂਰ ਲਵੋ, ਪਰ ਉਦੋਂ ਲਵੋ ਜਦੋਂ ਬਿਲਕੁਲ ਹੀ ਚਾਹੀਦੀ ਹੈ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਟਰੀਜ਼ਾ ਟੈਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ, ਜਦਕਿ ਬੱਚਿਆਂ ਵਿੱਚ ਸਾਹ ਦੇ ਵਾਇਰਸ ਦੇ ਮਾਮਲੇ ਘਟ ਰਹੇ ਨੇ। ਡਾਕਟਰ ਟੈਮ ਨੇ ਕਿਹਾ ਹੈ ਕਿ ਦੇਸ਼ ਵਿੱਚ ਫਲੂ ਦੇ ਮਾਮਲੇ ਤੇਜ਼ੀ ਨਾਲ
ਵਧਣ ਦਾ ਕਾਰਨ ਇਹ ਹੈ ਕਿ ਪਿਛਲੇ 2 ਸਾਲਾਂ ਦੇ ਦੌਰਾਨ ਫਲੂ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਬਾਬਤ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਫਲੂ ਤੇ ਸਾਹ ਦੀ ਬਿਮਾਰੀਆਂ ਦੇ ਬਹੁਤ ਸਾਰੇ ਮਸਲੇ ਸਾਹਮਣੇ ਆ ਰਹੇ ਨੇ। ਕੈਨੇਡਾ ਦੇ ਹੈਲਥ ਮਿਨਿਸਟਰ ਯੋਮ ਈਵ ਡਿਊਕਲੋ ਨੇ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਬੱਚਿਆਂ ਦੇ ਬੁਖਾਰ ਅਤੇ ਦਰਦ ਦੇ ਦਵਾਈਆਂ ਦੀਆਂ 5 ਲੱਖ ਯੂਨਿਟਾਂ ਮੰਗਵਾਈਆਂ ਜਾ ਰਹੀਆਂ ਨੇ ਅਤੇ ਅਗਲੇ ਕੁਝ ਹਫ਼ਤਿਆਂ ਦੌਰਾਨ ਫਾਰਮੇਸੀਆਂ 'ਚ ਇਹ ਉਪਲਬਧ ਹੋ ਜਾਣਗੀਆਂ। ਦੇਸ਼ ਭਰ 'ਚ ਬੱਚਿਆਂ ਨੂੰ ਇਨਫਲੂਐਂਜ਼ਾ ਅਤੇ ਕੋਵਿਡ-19 ਅਤੇ ਸਾਹ ਦੀਆਂ ਬਿਮਾਰੀਆਂ ਦੇ ਕਾਰਨ ਹਸਪਤਾਲਾਂ 'ਚ ਦਾਖਲ ਕੀਤਾ ਜਾ ਰਿਹਾ ਹੈ ਤੇ ਹਸਪਤਾਲ ਸਟਾਫ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਨੇ। ਕੁਝ ਥਾਵਾਂ ਤੇ ਸਰਜਰੀਆਂ ਨੂੰ ਵੀ ਰੱਦ ਕਰਨਾ ਪਿਆ। ਲੋਕਾਂ ਵੱਲੋਂ ਛੁੱਟੀਆਂ ਦੌਰਾਨ ਘੁੰਮਣ ਜਾਣ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਡਾਕਟਰ ਟੈਮ ਨੇ ਕਿਹਾ ਕਿ 6 ਮਹੀਨਿਆਂ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਫਲੂ ਸ਼ਾਟ ਉਪਲਬਧ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਹੱਥ ਧੋਣ ਅਤੇ ਮਾਸਕ ਆਦਿ ਪਹਿਨਣ ਨਾਲ ਕੋਵਿਡ-19 ਅਤੇ ਹੋਰ ਬਿਮਾਰੀਆਂ ਦੇ ਸੰਚਾਰ ਨੂੰ ਘਟਾਇਆ ਜਾ ਸਕਦਾ ਹੈ। ਕਾਬਲੇ ਗੌਰ ਹੈ ਕਿ ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਬੌਨੀ ਕਰੋਂਬੀ ਵੱਲੋਂ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਜੇਕਰ ਉਹ ਜ਼ਰੂਰੀ ਸਮਝਣ ਤਾਂ ਮਾਸਕ ਜ਼ਰੂਰ ਪਹਿਨਣ ਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਪਰ ਹੁਣ ਚਰਚਾ ਹੈ ਕਿ ਇਸ ਫਲੂ ਦਾ ਸ਼ਿਕਾਰ ਬਜ਼ੁਰਗ ਵੀ ਹੋ ਸਕਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।